देखो अज एक मीटिंग हुई है जिस दे विच रेवन्यू डिपार्टमेंट के सीनियर ऑफिसर साहबान सीगे और पंजाब के कुछ कॉलोनाइजर्स और उन्होंने एसोसीएशन के साथी सीगे। दो तीन इशू सीगे जिहड़े रजिस्ट्रियां रुकियां पईयां ने, एक तो जिहड़े NOCs की वजह करके और एक जिहड़े कोई कलैक्टरेट्स का इशू सीगा उहदे बारे डिटेल दे विच डिस्कशन है जिहड़ी वो हुई है और बड़ी जल्दी ही, क्योंकि ये सारी प्रॉब्लम इस करके आई है पंजाब दे विच क्योंकि पिछले समय दे विच लंबा समा पिछलियां सरकारां ने जिहड़े ऑथोराइज्ड कॉलोनियां सीगियां एक नंबर का काम करन वाले, एक नंबर की साफ सुथरी डिवेलपमेंट करन वाले जिहड़े कॉलोनाइजर सीगे, सरकार ने उन्हां नूं स्नब कीता ते उन्हां नूं धक्किया गया अनऑथोराइज्ड इलीगल कॉलोनियां दे वल, क्योंकि समय समय दी सरकारां दे लीडर सियासी लोग उन्हां दे अपने इंटरस्ट ने जिहड़े वो इस धंधे दे विच बन चुके सीगे, जिहदी वजह करके अज हालात ये बने पे ने पंजाब दे विच कि 14,000 अनऑथोराइज्ड कॉलोनीज़ ने जिहड़ियां वो बन गईयां। एक कंक्रीट अनरैगूलेटेड जंगल है जिहड़ा वो पंजाब दे विच खड़ा हो गया। कई जगह ते तां इहो जिहा भी देखण नूं मिलिਆ कि जिथे किते कोई फायर ट्रैजेडी उत्थे फायर ब्रिगेड भी नहीं पहुँच सकती हैगी। सो इन्हां सारियां चीज़ां दे उपर डिटेल्ड डिस्कशन है जिहड़ी वो पहलां भी CM साहब के आदेशों मुताबक पहलां भी साडे तिन्ने डिपार्टमेंट, साडा हाउसिंग का डिपार्टमेंट, लोकल गवर्नमेंट और रेवन्यू, ਉਹਦੇ ਉੱਪਰ डिटेल डेलीब्रेशन ਜਿਹੜੀਆਂ ਉਹ ਕਰ ਚੁੱਕੇ ਨੇ। CM ਸਾਹਿਬ और पंजाब सरकार बड़ी चिंतित है इस मसले ਨੂੰ ਲੈ ਕੇ, क्योंकि ਇੰਨਾ ਕੁ ਮੈਸਅਪ और ਇੰਨਾ ਕੁ ਗੁੰਝਲਦਾਰ पिछले समय ਦੇ ਵਿੱਚ ਸਿਆਸੀ ਲੀਡਰਾਂ ਨੇ ਕਰ ਦਿੱਤਾ ਕਿ ਉਹਨਾਂ ਨੂੰ ਔਰ ਫਿਰ ਉਹਦੇ ਉਸ ਤੋਂ ਇਲਾਵਾ ਟੂ ਐਡ ਟੂ ਇਟ ਜਿਹੜੇ ਹਾਈ ਕੋਰਟ ਦੇ ਦੀਆਂ ਵੀ ਡਾਇਰੈਕਸ਼ਨਸ ਆਈਆਂ ਜਿਹਦੀ ਵਜ੍ਹਾ ਕਰਕੇ ਇਹ ਜਿਹੜਾ ਰਜਿਸਟਰੀਆਂ ਦਾ ਕੰਮ ਸੀਗਾ ਉਹ ਰੁਕਿਆ, ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਪਾਲਿਸੀਜ਼ ਆਈਆਂ ਉਹ ਸਿੱਧਮ ਸਿੱਧਾ ਪਾਪਰਾ ਐਕਟ 1995 ਦਾ ਉਹਦਾ ਸਿੱਧਮ ਸਿੱਧਾ ਉਲੰਘਣਾ ਸੀਗਾ, ਜਿਹਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਜੀ ਦੀ ਸਰਕਾਰ ਨੂੰ ਮਜਬੂਰਨ ਇਹ ਜਿਹੜਾ ਫੈਸਲਾ ਲੈਣਾ ਪਿਆ, ਜਿਹਦੀ ਵਜ੍ਹਾ ਕਰਕੇ ਅੱਜ ਜਿਹੜਾ NOCs ਦਾ ਰਜਿਸਟਰੀਆਂ ਦਾ ਕੰਮ ਹੈ ਜਿਹੜਾ ਉਹ ਰੁਕਿਆ। ਪਰ ਬੜੀ ਜਲਦੀ ਹੀ ਮਾਨ ਸਾਹਿਬ ਦੇ ਆਦੇਸ਼ਾਂ ਮੁਤਾਬਕ ਬੜੀ ਜਲਦੀ ਹੀ ਇੱਕ ਕੰਪਰੀਹੈਂਸਿਵ ਪਾਲਿਸੀ ਹੈ ਜਿਹੜੀ ਉਹ ਸਰਕਾਰ ਲੈ ਕੇ ਆਏਗੀ, ਜਿਹਦੇ ਤਹਿਤ ਇਲੀਗਲ ਅਨਆਥੋਰਾਈਜ਼ਡ ਕਲੋਨੀਆਂ ਜਿਹੜੀਆਂ ਉਹਨਾਂ ਨੂੰ ਅੱਗੇ ਵਾਸਤੇ ਪੰਜਾਬ ਦੇ ਵਿੱਚ ਡਿਵੈਲਪ ਨਹੀਂ ਹੋਣ ਦਿੱਤਾ ਜਾਊਗਾ। ਆਥੋਰਾਈਜ਼ਡ ਕਲੋਨੀਆਂ ਨੂੰ इस तरीके दे नाल फैसिलिटेट किया जाऊगा, इस तरीके नाल उन्हां दी सहायता की जाऊगी, मदद की जाऊगी, उन्हां दा सिस्टम इन्ना ट्रांसपेरेंट ते सुखाला किया जाऊगा ताकि उन्हां नूं घर बैठे नूं सारियां परमिशनस मिलन ते सारे रूल्स एंड रेगूलेशन दे नाल अर्बन डिवेलपमेंट जिहड़ी वो होवे। एक यह और दूसरा जिहड़ा कुछ साडे साथी आए सी जिन्हां ने सर्कल रेट ने जिहड़े उन्हां दी गल कीती है, उहदे बारे उन्हां दी गल है जिहड़ी ਉਹ ਅਸੀਂ ਸੁਣ ਲਈ ਹੈ ਤੇ CM ਸਾਹਿਬ ਨਾਲ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ, ਵੈਸੇ ਕੰਮ ਉਹ ਰੈਵਨਿਊ ਡਿਪਾਰਟਮੈਂਟ ਦਾ ਤੇ ਉਹਨਾਂ ਨਾਲ ਗੱਲਬਾਤ ਕਰਕੇ CM ਸਾਹਿਬ ਦੇ ਨਾਲ ਉਹਦੇ ਬਾਰੇ ਵੀ ਜਲਦੀ ਫੈਸਲਾ ਜਿਹੜਾ ਉਹ ਲਿਆ ਜਾਏਗਾ। ਇਹ ਜਿਹੜਾ ਇਸ਼ੂ ਹੈ ਇਹ ਬੇਸਿਕਲੀ ਡਿਪਟੀ ਕਮਿਸ਼ਨਰਸ ਦਾ ਕਲੈਕਟਰਸ ਤੱਕ ਹੁੰਦਾ ਹੈ, ਪਰ ਇਹ ਵੀ ਜਿਹੜਾ ਉਹਨਾਂ ਦੀ ਕੋਈ ਪ੍ਰੋਬਲਮ ਆਈ ਹੈ ਇਹਦੇ ਬਾਰੇ CM ਸਾਹਿਬ ਨਾਲ ਚਰਚਾ ਕਰਕੇ ਅਸੀਂ ਪੰਜਾਬ ਸਰਕਾਰ, ਭਗਵੰਤ ਮਾਨ ਜੀ ਸਰਕਾਰ ਦੀ ਵਿਜ਼ਨ ਹੈ ਜਿਹੜੀ ਉਹ ਬੜੀ ਕਲੀਅਰ ਹੈ ਕਿ ਆਮ ਲੋਕ ਨੇ ਜਿਹੜੇ ਆਪਣੇ ਕਿਹਾ ਜਾਂਦਾ ਕਿ ਘਰ ਤਾਂ ਸਾਰੀ ਜ਼ਿੰਦਗੀ 'ਚ ਇੱਕ ਵਾਰੀ ਬੜੀ ਮੁਸ਼ਕਿਲ ਨਾਲ ਬਣਦਾ ਹੈ ਜੀ, ਨਾ ਸਰਕਾਰ ਵੱਲੋਂ, ਨਾ ਕਲੋਨਾਈਜ਼ਰ ਵੱਲੋਂ, ਨਾ ਕਿਸੇ ਦਫ਼ਤਰ ਜਾਂ ਅਧਿਕਾਰੀ ਵੱਲੋਂ ਕਿਸੇ ਤਰੀਕੇ ਦੀ ਦਿੱਕਤ ਨਾ ਰਹੇ ਐਂਡ ਯੂਜ਼ਰ ਨੂੰ। ਤੇ ਜਦੋਂ ਉਹਨਾਂ ਨੂੰ ਨਹੀਂ ਰਹੂਗੀ ਤੇ ਸਾਫ਼ ਸੁਥਰਾ ਕੰਮ ਕਰਨ ਵਾਲੇ ਕਲੋਨਾਈਜ਼ਰ ਨੇ ਜਿਹੜੇ ਇੱਕ ਨੰਬਰ ਦਾ ਕੰਮ ਕਰਨ ਵਾਲੇ ਨੇ, ਆਥੋਰਾਈਜ਼ਡ ਕਲੋਨੀਆਂ ਕੱਟਣ ਵਾਲੇ ਨੇ, ਉਹਨਾਂ ਦੀਆਂ ਮੁਸ਼ਕਲਾਂ ਵੀ ਸਰਕਾਰ ਹੱਲ ਕਰੇਗੀ। ਪਰ ਅਨਆਥੋਰਾਈਜ਼ਡ ਜਿਹੜਾ ਕੰਮ ਹੁਣ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਉਹਦੇ ਉੱਪਰ ਪੂਰਨ ਤੌਰ ਦੇ ਉੱਪਰ ਪਾਬੰਦੀ ਹੈ ਜਿਹੜਾ ਜਿਨ੍ਹਾਂ ਦੇ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ, ਲਾਲ ਲਕੀਰ ਵਾਲੇ ਜਿਹੜੇ ਮਕਾਨ ਨੇ ਸਰ, ਲਾਲ ਲਕੀਰ ਦਾ ਹਾਂਜੀ, ਜਿਨ੍ਹਾਂ ਦੇ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ ਜਾਂ NOC ਨਹੀਂ ਮਿਲ ਪਾ ਰਹੀ, ਕਿਦੋਂ ਤੱਕ ਉਮੀਦ ਕਰਨ ਦੀ ਮਸਲਾ ਹੱਲ ਹੋ ਜਾਏਗਾ? ਇਹ ਦੇਖੋ ਜਿਹੜਾ ਡਰਾਫਟ ਹੈ ਉਹ ਥੋੜੇ ਦਿਨਾਂ ਦੇ ਵਿੱਚ ਹੀ, 5-7 ਦਿਨਾਂ ਦੇ ਵਿੱਚ ਹੀ ਇਹ ਡਰਾਫਟ ਤਿਆਰ ਹੋ ਜਾਏਗਾ ਔਰ CM ਸਾਹਿਬ ਦੇ ਨਾਲ ਫਿਰ ਡਿਸਕਸ ਕਰਕੇ ਇਹਨਾਂ ਦੀ ਜਿਹੜੇ ਕਲੋਨਾਈਜ਼ਰਸ ਨੇ ਉਹਨਾਂ ਨਾਲ ਵੀ ਡਿਸਕਸ਼ਨ ਅਸੀਂ ਕਰਕੇ, ਦੇਖੋ ਜਿਹੜੇ ਬੰਦੇ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਕੋਲ ਹੀ ਸਭ ਤੋਂ ਵਧੀਆ ਸੋਲੂਸ਼ਨ ਹੁੰਦਾ ਹੈ। ਹਫ਼ਤੇ 10 ਦਿਨਾਂ ਦੇ ਵਿੱਚ ਇਹ ਆਈ ਥਿੰਕ ਕਾਫੀ ਕਲੈਰਿਟੀ ਜਿਹੜੀ ਇਹਦੇ ਉੱਪਰ ਅਸੀਂ ਤੁਹਾਨੂੰ ਦੇ ਸਕਾਂਗੇ। ਸਰ ਜਿਹੜੇ ਲਾਲ ਲਕੀਰ ਵਾਲੇ ਮਕਾਨ ਨੇ ਉਹਨਾਂ ਦੇ ਵਿੱਚ ਵੀ ਕਾਫੀ ਸਮੱਸਿਆਵਾਂ ਨੇ। ਜਿਸ ਤਰੀਕੇ ਨਾਲ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਨੋਇਡਾ ਦੇ ਵਿੱਚ
ਤਾਂ ਪੰਜਾਬ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਬਿਲਡਿੰਗਸ ਹੈਗੀਆਂ ਜਿਹੜੀਆਂ ਅਨਪਰਾਈਜ਼ ਬਣੀਆਂ ਹੋਈਆਂ, ਉਹਨਾਂ ਤੇ ਵੀ ਕੋਈ ਇਸ ਤਰੀਕੇ ਦੀ ਕਾਰਵਾਈ ਹੋ ਸਕਦੀ ਜਿਵੇਂ ਦਿੱਲੀ ਦੇ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਕਿਉਂਕਿ ਮੈਂ ਤਾਂ ਖੁਦ ਆਪ ਕਹਿ ਰਿਹਾ ਕਿ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਇੱਕ ਤਰੀਕੇ ਦਾ ਇੱਕ ਲੈਂਡ ਮਾਫੀਆ ਬਣਾ ਕੇ ਜਿਹਨਾਂ ਲੀਡਰਾਂ ਦੇ ਆਪ ਦੇ ਇੰਟਰਸਟ ਪੈਦਾ ਹੋ ਗਏ। ਇਲੀਗਲ ਕੋਲੋਨਾਈਜੇਸ਼ਨ ਹੈ ਜਿਹੜੀ ਉਹ ਇੰਨੀ ਜ਼ਿਆਦਾ ਹੋ ਚੁੱਕੀ ਕਿ ਉਹ ਇੱਕ ਅਰਬਨ ਕੰਕਰੀਟ ਜੰਗਲ ਦੇ ਰੂਪ ਵਿੱਚ ਕਨਵਰਟ ਹੋ ਚੁੱਕਿਆ। ਹੁਣ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਗੱਠਾਂ ਉਹਨਾਂ ਨੇ ਹੱਥ ਨਾਲ ਪਾਈਆਂ ਨੇ, ਮੂੰਹ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਖੋਲਣ ਲੱਗੀ ਹੋਈ ਹੈ। ਹੁਣ ਇਹਦੇ ਉੱਪਰ ਕਿਸੇ ਡੈਮੋਲੀਸ਼ਨ ਹੁੰਦੀ ਹੈ ਨਹੀਂ ਹੁੰਦੀ ਹੈਗੀ, ਇਹ ਵੀ ਜਿਹੜੇ ਟਵਿਨ ਟਾਵਰਸ ਦੀ ਤੁਸੀਂ ਗੱਲ ਕਰਦੇ ਹੋ, ਇਹ ਸੁਪਰੀਮ ਕੋਰਟ ਦੇ ਆਰਡਰਸ ਦੇ ਉੱਪਰ ਹੋਈ ਹੈ। ਜੇ ਕੋਈ ਇਸ ਤਰੀਕੇ ਦੀ ਕੋਈ ਹੈ ਤਾਂ ਦੇਖੋ ਸਰਕਾਰ ਦਾ ਆਪਣਾ ਇੱਕ ਲਿਮਿਟਿਡ ਮੈਂਡੇਟ ਹੁੰਦਾ ਹੈ। ਹੁਣ ਉਹਦੇ ਹਰ ਜਗ੍ਹਾ ਨਾ ਤਾਂ ਸਰਕਾਰ ਅਲਾਓ ਕਰ ਸਕਦੀ ਹੈ ਕਿ ਹਾਂ ਤੁਸੀਂ ਜਿੱਥੇ ਮਰਜ਼ੀ ਕੰਧਾਂ ਕੱਢ ਲਓ, ਜਿੱਥੇ ਮਰਜ਼ੀ ਕੰਸਟਰਕਸ਼ਨ ਕਰ ਲਓ, ਨਾ ਹੀ ਹਰ ਜਗ੍ਹਾ ਸਰਕਾਰ ਬੁਲਡੋਜ਼ਰ ਲੈ ਕੇ ਪਹੁੰਚ ਸਕਦੀ ਹੈ। ਇਹ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੁੰਦੀ ਹੈ ਸਰਕਾਰ ਦੀ ਵੀ, ਲੋਕਾਂ ਦੀ ਵੀ, ਕੋਲੋਨਾਈਜ਼ਰਸ ਦੀ ਵੀ, ਅਧਿਕਾਰੀਆਂ ਦੀ ਵੀ, ਸਾਰੇ ਮੀਡੀਆ ਦੀ, ਸਾਰਿਆਂ ਦੀ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੈ ਕਿ ਇਹ ਹੁਣ ਤੱਕ ਜੋ ਮੈਸਅਪ ਸਿਸਟਮ ਕੀਤਾ ਇਹਨਾਂ ਨੇ ਉਹਨੂੰ ਆਪਾਂ ਹੌਲੀ ਹੌਲੀ ਦੁਰਸਤ ਕਰ ਲਈਏ, ਸਹੀ ਕਰ ਲਈਏ। ਸੋ ਇਸ ਕਰਕੇ ਸਰਕਾਰ ਉਹਦੇ ਲਈ ਵਚਨਬੱਧ ਹੈ। अमरजीत सर बात करें तो कांग्रेस सरकार के दौरान एक स्टेप उठाया गया था जिसमें इलीगल कॉलोनीज को लीगल करने की बात की गई थी कि बाकायदा इलीगल कॉलोनीज को लीगल करने के लिए स्टेप उठाया था। मेरी आपको हाथ जोड़ के विनती है कि मेरे कान दो जरूर हैं लेकिन मुंह एक है। सुन लो सवाल दो तरफ से आ रहे हैं, मैं जवाब एक ही जैसे तो बताइए। ਅਮਰਜੀਤ ਸਿੰਘ ਸੰਦੋਆ ਦਾ ਨਾਮ ਵਿਜੀਲੈਂਸ ਜਾਂਚ ਦੇ ਵਿੱਚ ਜਿਹੜੀ ਗੱਡੀ ਹੈ ਕਿਹਾ ਜਾ ਰਿਹਾ ਕਿ ਭ੍ਰਸ਼ਟਾਚਾਰ ਦੇ ਪੈਸੇ ਨਾਲ ਜਿਹੜੀ ਖਰੀਦੀ ਗਈ ਹੈ, ਪੇਮੈਂਟ ਵਗੈਰਾ ਤੌਰ ਤੇ ਬੈਂਕ ਖਾਤੇ ਦੇ ਵਿੱਚ ਜਿਹੜੀ ਸਾਹਮਣੇ ਆਈ। ਦੇਖੋ ਇਸ ਤਰ੍ਹਾਂ ਹੈ ਕਿ ਅਮਰਜੀਤ ਸਿੰਘ ਸੰਦੋਆ ਦੀ ਜਿਹੜੀ ਗੱਡੀ ਦੇ ਅੱਜ ਖਬਰ ਮੈਂ ਵੀ ਪੜ੍ਹੀ ਹੈ ਪੇਪਰ ਦੇ ਵਿੱਚ, ਉਹ ਇਹਦੇ ਬਾਰੇ ਜੇ ਕੋਈ ਇਸ ਤਰੀਕੇ ਦੇ ਫੈਕਟਸ ਹੈਗੇ ਤੇ ਭਗਵੰਤ ਮਾਨ ਜੀ ਦਾ ਬੜਾ ਸਪਸ਼ਟ ਹੈ, ਬੜਾ ਕਲੀਅਰ ਹੈ ਕਿ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ ਹੈ। ਉਹ ਕੋਈ ਚਾਹੇ ਆਪਣਾ ਤੇ ਚਾਹੇ ਬੇਗਾਨਾ ਹੈ। ਪਹਿਲਾਂ ਵੀ ਇਹ ਭਗਵੰਤ ਮਾਨ ਜੀ ਦੀ ਸਰਕਾਰ ਬੜੇ ਲਾਊਡ ਐਂਡ ਕਲੀਅਰ ਤਰੀਕੇ ਦੇ ਨਾਲ ਤੇ ਐਕਸ਼ਨ ਦੇ ਨਾਲ ਇਹ ਕਲੀਅਰ ਕਰ ਚੁੱਕੀ ਹੈ। ਜੇ ਇਸ ਤਰੀਕੇ ਦੀ ਕੋਈ ਗੱਲ ਹੋਊਗੀ ਤਾਂ ਕੋਈ ਲਿਹਾਜ਼ ਨਹੀਂ ਹੋਊਗਾ। ਅਮਰਜੀਤ ਸੰਦੋਆ ਜਾਂ ਕੋਈ ਵੀ ਵਿਅਕਤੀ ਆਪਦਾ ਪੱਖ ਉਹਦੇ 'ਚ ਰੱਖ ਸਕਦਾ। ਪਰ ਜੇ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਜੇ ਮੈਨੂੰ ਨਹੀਂ ਪਤਾ ਕਿ ਸਹੀ ਹੈ ਕਿ ਗਲਤ ਹੈ, ਮੈਂ ਕੋਈ ਇਨਵੈਸਟੀਗੇਟਿੰਗ ਆਫੀਸਰ ਥੋੜ੍ਹੀ ਹਾਂ, ਪਰ ਜੇ ਇਹ ਸਹੀ ਹੈ ਮੈਂ ਤੁਹਾਡੀ ਗੱਲ ਵੱਡੀ ਕਰਦਾ। ਤੇ ਅਮਰਜੀਤ ਸੰਦੋਆ ਜੀ ਉਸ ਸਮੇਂ ਦੀ ਗੱਲ ਹੈ 2019 ਔਰ 20 ਦੇ ਵਿੱਚ, ਜਦੋਂ ਅਮਰਜੀਤ ਸੰਦੋਆ ਜੀ ਕਾਂਗਰਸ ਦੇ ਵਿੱਚ ਗਏ ਹੋਏ ਸੀਗੇ। ਸੋ ਕਾਂਗਰਸੀਆਂ ਦੇ ਇੰਨਾ ਕੁ ਇੰਪੈਕਟ ਅਸਰ ਤਾਂ ਉਹਨਾਂ ਤੇ ਆਈ ਜਾਣਾ ਸੀਗਾ। ਸੋ ਇਸ ਕਰਕੇ ਮੈਨੂੰ ਨਹੀਂ ਪਤਾ ਸਹੀ ਹੈ ਕਿ ਗਲਤ ਹੈ। ਇਹ ਕਾਂਗਰਸ ਦੇ ਕਲਚਰ ਦੀ ਦੇਣ ਹੈ ਵੀ ਇੱਕ ਚੰਗੇ ਭਲੇ ਬੰਦੇ ਨੂੰ, ਇੱਕ ਸਾਫ਼ ਸੁਥਰੇ ਬੰਦੇ ਨੂੰ ਵੀ ਗਲਤ ਰਾਹ ਤੇ ਚਾੜ ਦਿੰਦੀ ਹੈ। ਅਰੋੜਾ ਸਾਹਿਬ, ਹੁਣ ਮੇਰੇ ਸਾਥੀ ਨੇ ਸਵਾਲ ਪੁੱਛਿਆ ਸੀਗਾ ਵੀ ਬਹੁਤ ਸਾਰੇ ਲੋਕਾਂ ਨੇ ਉਸ ਟਾਈਮ ਜਗ੍ਹਾ ਲੈ ਲਈ ਹੈ, ਪਲਾਟ ਲੈ ਲਏ, ਹੁਣ ਐਨਓਸੀ ਰੁਕੀਆਂ ਹੋਈਆਂ, ਰਜਿਸਟਰੀਆਂ ਰੁਕੀਆਂ ਹੋਈਆਂ ਨੇ, ਉਹਨਾਂ ਦਾ ਕੀ ਹੋਏਗਾ? ਕਿ ਉਹਨਾਂ ਤੋਂ ਫਿਰ ਤੁਸੀਂ ਖਾਲੀ ਕਰਾਓਗੇ? ਉਹਨਾਂ ਦਾ ਕੀ ਦੋਸ਼ ਹੈ? ਦੇਖੋ ਇਸ ਤਰ੍ਹਾਂ ਹੈ, ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ, ਪਰ ਜਿਹੜੇ ਲੋਕਾਂ ਨੇ ਗਲਤ ਕੰਸਟਰਕਸ਼ਨਾਂ ਕੀਤੀਆਂ ਨੇ, ਇਲੀਗਲ ਕਾਲੋਨੀਜ਼ ਕੱਟੀਆਂ ਨੇ, ਚਾਹੇ ਉਹ 'ਚ ਕੋਈ ਬਿਲਡਰ ਇਨਵੋਲਡ ਹੈ, ਚਾਹੇ ਉਹ 'ਚ ਕੋਈ ਅਫਸਰ ਇਨਵੋਲਡ ਹੈ, ਚਾਹੇ ਉਹ 'ਚ ਕੋਈ ਪੋਲੀਟੀਕਲ ਬੰਦਾ ਇਨਵੋਲਡ ਹੈ, ਆਫਟਰ ਆਲ ਕਿਸੇ ਨਾ ਕਿਸੇ ਦੀ ਅਕਾਊਂਟੇਬਿਲਿਟੀ ਤਾਂ ਬਣਦੀ ਹੈ ਨਾ ਜੀ। ਕਿਸੇ ਨਾ ਕਿਸੇ ਦੀ ਅਕਾਊਂਟੇਬਿਲਿਟੀ ਤਾਂ ਫਿਕਸ ਕਰਨੀ ਪਊਗੀ। ਖਾਲੀ ਕਰਾਵਾਂਗੇ ਨਹੀਂ ਕਰਾਵਾਂਗੇ, ਦੇਖੋ ਇਹ ਚੀਜ਼ਾਂ ਇੰਪ੍ਰੈਕਟੀਕਲ ਹੁੰਦੀਆਂ ਨੇ, ਇਹ ਚੀਜ਼ਾਂ ਹਾਈਪੋਥੈਟੀਕਲ ਹੁੰਦੀਆਂ ਨੇ। ਮੈਂ ਤਾਂ ਇਹ ਕਹਿਣਾ ਵੀ ਇੱਕ ਸਿਸਟਮ ਜਿਹੜਾ ਗੰਧਲਾ ਹੋ ਚੁੱਕਿਆ ਉਹਨੂੰ ਹੀ ਦੁਰਸਤ ਕਰ ਲਈ, ਇਹੀ ਬਹੁਤ ਵੱਡੀ ਗੱਲ ਹੋਊਗੀ। ਲੀਡਰਾਂ ਦੇ ਖਿਲਾਫ ਕਾਰਵਾਈ ਬਹੁਤ ਜੱਦੀ ਪੁਸ਼ਤੀ ਮਕਾਨ ਆ ਨਾ, ਲੋਕਾਂ ਦੇ ਜੱਦੀ ਪੁਸ਼ਤੀ ਮਕਾਨ ਨੇ ਜਿਹੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਲਾਲ ਲਖੀਰ ਦੇ ਅੰਦਰ ਨੇ, ਉਹਨਾਂ ਦੀਆਂ ਵੀ ਜਿਹੜੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਨੇ ਉਸ ਦੇ ਮੈਡਮ ਸਮਝੋ ਗੱਲ ਨੂੰ, ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਰਜਿਸਟਰੀਆਂ ਨੇ ਜਿਹੜੀਆਂ ਇਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਹੀਂ ਰੋਕੀਆਂ। ਇਹ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਜਿਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਪਾਪਰਾ ਐਕਟ 1995 ਦਾ ਬਣਾ ਰੱਖਿਆ ਹੈ, ਦੂਸਰੇ ਪਾਸੇ ਤੁਸੀਂ ਹਰ 2 ਸਾਲ 3 ਸਾਲ ਬਾਅਦ ਜਦੋਂ ਨੋਟਾਂ ਦੀ ਤੇ ਵੋਟਾਂ ਦੀ ਪੁਰਾਣੇ ਸਮੇਂ ਦੀਆਂ ਸਰਕਾਰਾਂ ਨੂੰ ਤੇ ਲੀਡਰਾਂ ਨੂੰ ਲੋੜ ਹੁੰਦੀ ਸੀਗੀ ਉਦੋਂ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੇ ਸੀਗੇ ਤੇ ਜਿੰਨੀਆਂ ਇਲੀਗਲ ਕੰਸਟਰਕਸ਼ਨਾਂ ਹੁੰਦੀਆਂ ਸੀਗੀਆਂ ਉਹ ਸਾਰਿਆਂ ਨੂੰ ਤੁਸੀਂ ਰੈਗੂਲਰਾਈਜ਼ ਕਰ ਦਿੰਦੇ ਸੀਗੇ। ਕੋਰਟ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਕਾਨੂੰਨ ਬਣਾ ਰੱਖਿਆ ਤੇ ਦੂਜੇ ਪਾਸੇ ਤੁਸੀਂ ਰੈਗੂਲਰਾਈਜੇਸ਼ਨ ਦੇ ਨਾਂ ਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹੋ। ਉਸ ਚੱਕਰ ਦੇ ਵਿੱਚ ਪੰਜਾਬ ਸਰਕਾਰ ਦੇ 2 ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬਾਨ ਨੇ ਉਹਨਾਂ ਨੂੰ ਐਫੀਡੇਵਿਟ ਦੇਣਾ ਪਿਆ ਕਿ ਅਸੀਂ ਇਹ ਇਲੀਗਲ ਕੰਸਟਰਕਸ਼ਨ ਨਹੀਂ ਅਲਾਉ ਕਰਾਂਗੇ, ਜਿਹਦੀ ਵਜ੍ਹਾ ਕਰਕੇ ਕੰਮ ਰੋਕਿਆ ਪਿਆ। ਹੁਣ ਉਹ ਜਿਹੜਾ ਰੁਕ ਗਿਆ, ਜਿਹੜੀ ਗੱਠ ਪੈ ਗਈ, ਉਹਨੂੰ ਖੋਲ੍ਹਣ ਦੇ ਵਿੱਚ ਸਰਕਾਰ ਪੂਰਾ ਸਵੇਰ ਤੋਂ ਸ਼ਾਮ ਤੱਕ ਲੱਗੀ ਹੋਈ ਹੈ।
ਅਸੀਂ ਮੱਥਾ ਪਿੱਛੇ ਜਿਹੜੀ ਕਰ ਰਹੇ ਹਾਂ, ਹਰੇਕ ਸਟੇਕ ਹੋਲਡਰ ਦੇ ਨਾਲ ਗੱਲਬਾਤ ਹੈ ਕਰ ਰਹੇ ਹਾਂ, ਉਹ ਗੱਠ ਨੂੰ ਖੋਲ੍ਹਣ ਦੇ ਵਿੱਚ ਥੋੜਾ ਸਮਾਂ ਲੱਗੂਗਾ। ਠੀਕ ਹੈ ਸਰ। ਤੁਹਾਡੀ ਇਮਤਿਆਜ਼ ਅਲੀ ਦੇ ਨਾਲ ਮੁਲਾਕਾਤ ਹੋਈ ਹੈ, ਕਿਸ ਬਾਰੇ ਹੋਈ ਤੇ ਕੀ ਕੁਛ ਹੈ? ਦੇਖੋ ਇਸ ਤਰ੍ਹਾਂ ਹੈ ਕਿ ਇਮਤਿਆਜ਼ ਅਲੀ ਜੀ ਉਹਨਾਂ ਦਾ ਆਪਣੇ ਫੀਲਡ ਦੇ ਵਿੱਚ, ਬਾਲੀਵੁੱਡ ਦੇ ਵਿੱਚ, ਫਿਲਮ ਇੰਡਸਟਰੀ ਦੇ ਵਿੱਚ ਐਜ਼ ਅ ਰਾਈਟਰ, ਐਜ਼ ਅ ਡਾਇਰੈਕਟਰ ਉਹਨਾਂ ਦਾ ਬਹੁਤ ਵੱਡਾ ਨਾਮ ਹੈ। ਉਹਨਾਂ ਨੇ ਬੜੀਆਂ ਕਾਮਯਾਬ ਫਿਲਮਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ। ਉਹਨਾਂ ਦੇ ਨਾਲ ਉਹ ਵੈਸੇ ਕਾਲ ਔਨ ਕਰਨ ਦੇ ਲਈ ਆਏ ਸੀਗੇ ਔਰ ਉਹਨਾਂ ਦੇ ਨਾਲ ਡਿਸਕਸ਼ਨ ਕਿ ਕਿਵੇਂ ਪੰਜਾਬ ਜਿਹੜਾ ਕਿ ਕਲਚਰਲੀ ਬਹੁਤ ਮਜ਼ਬੂਤ ਔਰ ਵਧੀਆ ਸੂਬਾ ਹੈ, ਜਿੱਥੋਂ ਦੇ ਕਲਚਰ ਦੇ ਵਿੱਚ ਬੜੀ ਵਾਈਬ੍ਰੈਂਸੀ ਹੈ, ਕਿਸ ਤਰੀਕੇ ਦੇ ਨਾਲ ਜਿਹੜਾ ਇੰਡਸਟਰੀ ਦਾ, ਫਿਲਮ ਇੰਡਸਟਰੀ ਦਾ ਔਰ ਕਲਚਰ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕਰਿਆ ਜਾਵੇ ਪੰਜਾਬ ਦੇ ਵਿੱਚ, ਜਿਹਦੇ ਨਾਲ ਅੱਜ ਪੰਜਾਬੀ ਗਾਣੇ ਨੇ ਜਿਹੜਾ ਬਣਦੇ ਇੱਥੇ ਨੇ ਪਰ ਉਹ ਤੁਸੀਂ ਦੁਨੀਆ ਭਰ ਦੇ ਕਲੱਬਾਂ ਦੇ ਵਿੱਚ ਉਹ ਗੂੰਜਦੇ ਨੇ। ਸੋ ਇਸ ਕਰਕੇ ਇਸ ਚੀਜ਼ ਨੂੰ, ਕਿਉਂਕਿ ਭਗਵੰਤ ਮਾਨ ਜੀ ਖੁਦ ਆਪ ਕਲਚਰ ਨੂੰ ਬਹੁਤ ਜ਼ਿਆਦਾ ਪਿਆਰ ਔਰ ਪ੍ਰਮੋਟ ਕਰਦੇ ਨੇ, ਉਹਨਾਂ ਦਾ ਖੁਦ ਦਾ ਬੈਕਗ੍ਰਾਉਂਡ ਹੈ ਜਿਹੜਾ ਉਹ ਕਣ ਹੈ ਜਿਹੜਾ ਉਹ ਕਲਚਰ ਦੇ ਨਾਲ ਜੁੜਿਆ ਹੋਇਆ। ਸੋ ਇਸ ਕਰਕੇ ਉਹਨੂੰ ਕਿਵੇਂ ਪ੍ਰਮੋਟ ਕੀਤਾ ਜਾ ਸਕਦਾ ਪੰਜਾਬ ਨੂੰ, ਜਿਹਦੇ 'ਚ ਐਮਪਲੋਇਮੈਂਟ ਜਨਰੇਸ਼ਨ ਵੀ ਹੋਣੀ ਹੈ, ਰੈਵਨਿਊ ਜਨਰੇਸ਼ਨ ਵੀ ਹੋਣਾ ਹੈ, ਉਹਦੇ ਬਾਰੇ ਡਿਸਕਸ਼ਨ ਜਿਹੜੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਡਿਸਕਸ਼ਨ ਜਿਹੜੀਆਂ ਉਹ ਸੀਐਮ ਸਾਹਿਬ ਦੇ ਨਾਲ ਵੀ ਹੋਣਗੀਆਂ। ਪੰਜਾਬ ਦਾ ਖੇਡ ਮੇਲਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਔਰ ਗੱਲ ਹੋਈ ਸੀਗੀ ਕਿ ਵਿਧਾਇਕ ਨੇ ਜਿਹੜੇ ਉਹ ਵੀ ਹਿੱਸਾ ਲੈ ਸਕਦੇ ਨੇ, ਤੁਸੀਂ ਕਿਹੜੇ ਖੇਡ 'ਚ ਨਜ਼ਰ ਆਉਣ ਵਾਲੇ? ਜਿੱਥੇ ਖੇਡਣ ਨੂੰ ਕਿਹਾ ਜਾਊਗਾ ਉੱਥੇ ਹੀ ਖੇਡ ਲਾਂਗੇ। ਸਿਆਸਤ ਖੇਡ ਰਹੇ